ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ। ਪੇਸ਼ ਹੈ ਜੀ ਲੇਖਕ ਸੰਤੋਖ ਸਿੰਘ ਤੇਰ ਜੀ ਦੀ ਲਿਖੀ ਹੋਈ ਕਹਾਣੀ ਜੋਗਣੀ। ਧਰਤੀ ਇੱਕੋ ਸੀ, ਪਰ ਵਿਚਕਾਰੋਂ ਵਗਦਾ ਨਾੜਾ ਇੱਕ ਦੇ ਦੋ ਹਿੱਸੇ ਬਣਾਉਂਦਾ ਸੀ। ਉਰਲੇ ਪਾਰ ਵੀ ਜ਼ਿੰਦਗੀ ਸੀ, ਪਰਲੇ ਪਾਰ ਵੀ। ਉਰਲੇ ਪਾਰ ਚਿੱਟੇ ਕੱਪੜੇ, ਪਰਲੇ ਪਾਰ ਮੈਲੀਆਂ ਲੀਰਾਂ। ਉਰਲੇ ਪਾਰ ਵਿੱਦਿਆ, ਹੁਸਨ, ਸਿਹਤ ਤੇ ਰਜਵੇਂ ਦਾਣੇ। ਪਰਲੇ ਪਾਰ ਅਨਪੜ੍ਹਤਾ, ਕੋਹਜ, ਬਿਮਾਰੀ ਤੇ ਭੁੱਖ ਨੰਗ। ਉਰਲੇ ਪਾਰ ਵੱਡੀਆਂ ਤਲਬਾਂ ਵਾਲੇ ਅਫਸਰ, ਪਰਲੇ ਪਾਰ ਅੱਧ ਭੁੱਖੇ ਮਜ਼ਦੂਰ। ਉਰਲੇ ਪਾਰ ਰੇਡੀਓ ਵਾਜਿਆਂ ਨਾਲ ਗੂੰਜਦੀਆਂ ਹਰੇ ਬਾਗਾਂ ਵਾਲੀਆਂ ਕੋਠੀਆਂ, ਤੇ ਪਰਲੇ ਪਾਰ ਬੇਨਸੀਬਾਂ ਦੇ ਹੌਂਕਿਆਂ ਨਾਲ ਬੋਸ-ਬੋਸ ਕਰਦੀਆਂ ਰੜੇ ਕਲਰ ਦੀ ਛਾਤੀ ਉੱਤੇ ਉਭਰੀਆਂ ਟੱਪਰੀਆਂ। ਦੋਵੇਂ ਪਾਸੇ ਬਿਲਕੁਲ ਦੋ ਕਿਸਮ ਦੀ ਦੁਨੀਆ ਸੀ। ਵਿਚਕਾਰੋਂ ਵਗਦੇ ਨਾਲੇ ਦੇ ਰੇਵ ਕਿਸਾਰੇ, ਦੋਹਾਂ ਪਾਸਿਆਂ ਦਾ ਵਖਰੇਵਾਂ ਕੁਦਰਤੀ ਦਰਸਾਰੇ ਸਨ। ਪਰਤਾਵੇ ਦੋਹਾਂ ਪਾਸਿਆਂ ਤੋਂ ਕੋਏ ਦਿਲ ਨਾਲੇ ਦੇ ਖੁੱਲ੍ਹੇ ਕਿਨਾਰਿਆਂ ਦੇ ਹੁੰਦਿਆਂ ਇੱਕ ਦੂਜੇ ਨਾਲ ਹਲਕੀ ਜਿਹੀ ਛੋਹ ਮਾਰ ਲੈਂਦਾ। ਟੱਪਰੀਆਂ ਵਿੱਚ ਕਈਆਂ ਨੇ ਲਵੇਰੇ ਪਾਲ ਰੱਖੇ ਸਨ, ਤੇ ਉਹਨਾਂ ਪਾਸੋਂ ਉਰਾਰ ਦੀਆਂ ਕੋਠੀਆਂ ਵਿੱਚ ਦੁੱਧ ਆਉਂਦਾ ਸੀ। ਇਹਨਾਂ ਟੱਪਰੀਆਂ ਵਿੱਚ ਇੱਕ ਟੱਪਰੀ ਅਜਿਹੀ ਸੀ ਜਿਸ ਵਿੱਚ ਲੰਮਾ ਸਰੀਰ, ਮੁਸ਼ਕੀ ਰੰਗ, ਮੋਟੀਆਂ ਅੱਖਾਂ ਤੇ ਘੁੰਗਰਾਲੇ ਛੱਤਿਆਂ ਵਾਲਾ ਇੱਕ ਨੌਜਵਾਨ ਰਹਿੰਦਾ ਸੀ। ਨਾ ਤਾਂ ਸ਼ਾਇਦ ਉਸ ਦਾ ਕੋਈ ਹੋਰ ਹੋਵੇਗਾ, ਪਰ ਟੱਪਰੀਆਂ ਵਾਲੇ ਸਾਰੇ ਉਸ ਨੂੰ ਜੋਗਣੀ ਆਖਦੇ ਸਨ। ਜੋਗਣੀ ਇਸ ਲਈ ਕਿ ਜਦੋਂ ਕਦੀ ਉਹਦੇ ਮਨ ਵਿੱਚ ਕੋਈ ਲਹਿਰ ਜਿਹੀ ਉੱਠਦੀ ਤੇ ਉਹ ਇੱਕ ਲਟਕ ਨਾਲ ਜੁਗਨੀ ਦਾ ਗੀਤ ਗਾਉਂਦਾ। ਪਰਦੇਸਣ ਜੁਗਨੀ ਕੋਕਦੀ, ਤਾਂ ਸਾਰੀਆਂ ਟੱਪਰੀਆਂ ਉਸ ਵੱਲ ਇਸ ਤਰ੍ਹਾਂ ਮੋਹੀਆਂ ਜਾਂਦੀਆਂ ਜਿਵੇਂ ਉਸਦੇ ਆਪਣੇ ਚੌਗਿਰਦੇ ਵਿੱਚ ਕੋਈ ਜਾਦੂ ਫੂਕ ਦਿੱਤਾ ਹੋਵੇ। ਜੁਗਨੀ ਦੇ ਗੀਤ ਦੀ ਲੈਅ ਜਦੋਂ ਸੂਖਮਤਾ ਨਾਲ ਮੁੱਕ ਜਾਂਦੀ ਤਾਂ ਉਸਦੇ ਉਦਾਲਿਓਂ ਵਿਸਮਾਦ ਵਿੱਚ ਗੁਆਚੇ ਸਰੋਤਿਆਂ ਦੇ ਦਿਲ ਆਪ ਮੁਹਾਰੇ ਪ੍ਰਸ਼ੰਸਾ ਬੋਲ ਵਿੱਚ ਫੁੱਟ ਪੈਂਦੇ। ਅਸ਼ਕੇ ਜੁਗਨੀ, ਨਈ ਰੇਸਾਂ ਤੇਰੀ ਜੁਗਨੀ ਦੀਆਂ। ਜੁਗਨੀ ਪਾਸ ਵੀ ਇੱਕ ਦੋ ਲਵੇਰੇ ਸਨ, ਤੇ ਇੱਕ ਦੋ ਕੋਠੀਆਂ ਵਿੱਚ ਉਹਦਾ ਦੁੱਧ ਵੀ ਲੱਗਦਾ ਸੀ। ਸੂਰਜ ਦੀ ਟਿੱਕੀ ਨਾਲ ਜੁਗਨੀ ਦੁੱਧ ਦੀ ਵਲਟੋਹੀ ਚੁੱਕਦਾ ਤੇ ਕੋਠੀਓਂ ਕੋਠੀ ਫਿਰਦਾ। ਹਰ ਬੂਹੇ ਕੋਈ ਨਾ ਕੋਈ ਨੌਕਰ ਜੁਗਨੀ ਤੋਂ ਦੁੱਧ ਪਵਾ ਲੈਂਦਾ। ਇਹਨਾਂ ਕੋਠੀਆਂ ਵਿੱਚ ਇੱਕ ਕੋਠੀ ਇੱਕ ਐਸਡੀਓ ਸਰਦਾਰ ਦੀ ਸੀ। ਇਸ ਕੋਠੀ ਵਿੱਚ ਜਦੋਂ ਜੁਗਨੀ ਦੁੱਧ ਦੇਣ ਜਾਂਦਾ ਤਾਂ ਕਈ ਵਾਰ ਨੌਕਰਾਂ ਦੀ ਬਜਾਏ ਇੱਕ ਪਤਲੀ ਜਿਹੀ ਸੁਨੱਖੀ ਮੁਟਿਆਰ ਜੁਗਨੀ ਤੋਂ ਦੁੱਧ ਪਵਾਉਣ ਬੂਹੇ ਤੇ ਆ ਜਾਂਦੀ। ਜੁਗਨੀ ਦੇ ਹੱਥ ਵਿੱਚ ਕੰਬਦੀ ਗੜਵੀ ਵਿੱਚੋਂ ਦੁੱਧ ਦੀ ਚਿੱਟੀ ਧਾਰ ਅਮੀਰ ਬਰਤਨ ਵਿੱਚ ਇਸ ਤਰ੍ਹਾਂ ਕਮ ਡੁੱਲਦੀ ਜਿਵੇਂ ਜੁਗਨੀ ਦਾ ਦਿਲ ਕਿਸੇ ਬੇਅਦਬੀ ਤੋਂ ਡਰ ਨਾਲ ਕੰਬ ਰਿਹਾ ਹੋਵੇ, ਤੇ ਮੁਟਿਆਰ ਦੀਆਂ ਨਜ਼ਰਾਂ ਜੁਗਨੀ ਦੇ ਕਾਲੇ ਘੁੰਗਰੂਆਂ ਵਿੱਚ ਉਲਝ ਜਾਂਦੀਆਂ। ਕੋਠੀਆਂ ਵਿੱਚ ਦੁੱਧ ਭੁਗਤਾ ਕੇ ਜੁਗਨੀ ਆਪਣੇ ਲਵੇਰੇ ਛੇੜਦਾ ਤੇ ਦੂਰ ਕਿਤੇ ਜੂੰ ਹੀ ਚਰਾਂਦੀ ਜਾ ਨਿਕਲਦਾ। ਜਦੋਂ ਉਹਦੇ ਚਰਨੇ ਲਵੇਰਿਆਂ ਦੀਆਂ ਪ੍ਰਸ਼ੰਸਾ ਬੂਥੀਆਂ ਮੱਲੇ ਹੋਏ ਘਾਹ ਵਿੱਚ ਅੱਧੋ ਅੱਧ ਲੁਕ ਜਾਂਦੀਆਂ ਤਾਂ ਜੁਗਨੀ ਨੂੰ ਕੋਈ ਆਧਾਰ ਆ ਜਾਂਦਾ। ਵਣਾਂ ਦੀ ਕੁਆਰੀ ਪਾਉਣ ਸੰਗ ਸੰਗ ਵਗਦੀ ਉਹਦੇ ਘੁੰਗਰਾਲੇ ਛੱਤੇ ਜ਼ਰਾ ਫਰਫਰਾਉਂਦੇ। ਉਹਦੇ ਦਿਲ ਵਿੱਚ ਇੱਕ ਲਹਿਰ ਨੱਚਦੀ। ਕਟੋਰੀਆਂ ਬਣੇ ਬੁੱਲ ਬੰਸਰੀ ਦੇ ਛੇਕ ਨੂੰ ਛੂਹ ਜਾਂਦੇ। ਬੰਸਰੀ ਦੇ ਨਿੱਕੀਆਂ ਛੇਕਾਂ ਉੱਤੇ ਸੌਲੀਆਂ ਉਂਗਲਾਂ ਡਿੱਗਦੀਆਂ। ਜੁਗਨੀ ਦਾ ਮਿੱਠਾ ਗੀਤ ਛੇਕਾਂ ਵਿੱਚੋਂ ਤੜਫ ਨਿਕਲਦਾ ਤੇ ਵਣਾਂ ਦੇ ਸੁੱਚੇ ਮੰਡਲ ਵਿੱਚ ਲਹਿਰ ਜਾਂਦਾ। ਫੁੱਲ ਡਾਲੀਆਂ ਉੱਤੇ ਝੂਮਣ ਲੱਗ ਜਾਂਦੇ। ਵਣਾਂ ਕੋਈ ਤਾਜ਼ਗੀ ਨਿਖਰੀ ਜਾਪਦੀ ਤੇ ਚਰਦੇ ਲਵੇਰੇ ਚਰਨਾ ਛੱਡ ਬੂਥੀਆਂ ਵਿੱਚ ਘਾਹ ਦੇ ਰੁੱਗ ਸਾਂਭੀ ਜੁਗਨੀ ਵੱਲ ਇਸ ਤਰ੍ਹਾਂ ਦੇਖਣ ਲੱਗ ਜਾਂਦੇ ਜਿਵੇਂ ਉਹ ਬੰਸਰੀ ਵਿੱਚ ਉਹਨਾਂ ਦੇ ਦਿਲ ਦੀਆਂ ਬਾਤਾਂ ਪਾ ਰਿਹਾ ਹੈ।
ਪਰਛਾਵੇਂ ਲੰਮੇ ਹੋ ਜਾਂਦੇ। ਸੂਰਜ ਦੂਰ ਦੇ ਸੰਘਣੇ ਝੁੰਡਾਂ ਓਲੇ ਪੱਛਮੀ ਨੁੱਕਰ ਉੱਤੇ ਝੁਕ ਜਾਂਦਾ। ਜੁਗਨੀ ਦੀਆਂ ਟਿਚਕਾਰੀਆਂ ਅੱਗੇ ਲਵੇਰੇ ਟੱਪਰੀਆਂ ਵੱਲੋਂ ਹੋ ਤੁਰਦੇ। ਕਦੀ ਕਦੀ ਜਦੋਂ ਰਾਤ ਡੂੰਘੀ ਹੋ ਜਾਂਦੀ ਤਾਂ ਜੁਗਨੀ ਇਕੱਲਾ ਹੀ ਨਾਲੇ ਦੇ ਕੰਢੇ ਉੱਤੇ ਆ ਨਿਕਲਦਾ ਤੇ ਬਾਂਸਰੀ ਵਿੱਚ ਜੁਗਨੀ ਦਾ ਗੀਤ ਫੂਕ ਦਿੰਦਾ। ਖਾਮੋਸ਼ ਪ੍ਰਕਿਰਤੀ ਸਰੂਰੀ ਜਾਂਦੀ ਤੇ ਆਪਣੇ ਧਿਆਨ ਵਗਦਾ ਸਾਊ ਵਾਲ ਬਾਂਸਰੀ ਦੀਆਂ ਜਾਦੂ ਤਾਣਾਂ ਨਾਲ ਕੀਲਿਆ ਜਾਂਦਾ। ਜਦੋਂ ਕਦੀ ਚਾਨਣੀ ਵਿੱਚ ਨਹਾਤੀ ਹੋਈ ਡੂੰਘੀ ਰਾਤ ਟਿਕੀ ਹੁੰਦੀ ਤੇ ਰੇਡੀਓ ਵਾਜੇ ਚੁੱਪ ਹੋ ਜਾਂਦੇ ਤਾਂ ਇਹ ਤਾਣਾ ਉਰਾਰ ਦੀਆਂ ਕੋਠੀਆਂ ਤੀਕ ਜਾ ਥਰਕਦੀਆਂ। ਚਿੱਟੀਆਂ ਮਸ਼ੈਰੀਆਂ ਵਿੱਚ ਨਿੱਸਲ ਪਈ ਜ਼ਿੰਦਗੀ ਕਿਸੇ ਲੋਰ ਵਿੱਚ ਗੁਆਚ ਜਾਂਦੀ ਤੇ ਕਿਸੇ ਨਾ ਕਿਸੇ ਮਸ਼ੈਰੀ ਵਿੱਚੋਂ ਸੁੱਤੇ ਸਿਦਾਖਿਆ ਜਾਂਦਾ। ਇਹ ਬੰਸਰੀ ਜਿਵੇਂ ਕਿਸੇ ਕਲਾਕਾਰ ਦੇ ਬੁੱਲ ਲੱਗ ਰਹੀ ਹੋਵੇ। ਜ਼ਰੂਰ ਇਸ ਵਿੱਚ ਕੋਈ ਦਿਲ ਦੀ ਵੇਦਨਾ ਫੂਕਦਾ ਹੈ ਤੇ ਲੈਅ ਦੀਆਂ ਥਰਕਣਾਂ ਹੇਠ ਉਰਾਰ ਦੀ ਜ਼ਿੰਦਗੀ ਮਿੱਠੀ ਨੀਂਦਰ ਵਿੱਚ ਖੋ ਜਾਂਦੀ। ਅਗਲੀ ਸਵੇਰ ਦੁੱਧ ਦੀ ਵਲਟੋਹੀ ਚੁੱਕ ਕੇ ਜੁਗਨੀ ਕੋਠੀਓਂ ਕੋਠੀ ਜਾਂਦਾ। ਪਰ ਜਦ ਉਹ ਐਸਡੀਓ ਸਰਦਾਰ ਦੇ ਬੂਹੇ ਅੱਗੇ ਖਲੋਂਦਾ ਤਾਂ ਉਹਨੂੰ ਪ੍ਰਤੀਤ ਹੁੰਦਾ ਜਿਵੇਂ ਇਸ ਬੂਹੇ ਉਸ ਲਈ ਗੁੱਝਾ ਆਦਰ ਹੈ। ਉਹਨੂੰ ਪਲ ਦੀ ਪਲ ਆਪਣਾ ਗੁਆਲਪਣ ਭੁੱਲ ਜਾਂਦਾ ਤੇ ਕਲਾਕਾਰੀ ਵਡਿੱਤਣ ਦਾ ਅਹਿਸਾਸ ਉਹਦੇ ਮਨ ਵਿੱਚੋਂ ਲੰਘ ਜਾਂਦਾ। ਉਹਦੀ ਗੁਆਲੀ ਆਵਾਜ਼ ਉੱਤੇ ਟੁੱਪ ਟੁੱਪ ਕਰਦੀ ਤੋਸ਼ ਬਰਤਨ ਲੈ ਕੇ ਬੂਹੇ ਉੱਤੇ ਆਉਂਦੀ। ਜੁਗਨੀ ਨੇ ਬੰਸਰੀ ਦੀਆਂ ਤਾਨਾਂ ਵਰਗੀਆਂ ਕੱਚੇ ਦੁੱਧ ਦੀਆਂ ਕੰਬਦੀਆਂ ਤਾਰਾਂ ਨਾਲ ਅਮੀਰ ਬਰਤਨ ਨੂੰ ਭਰ ਦੇਣਾ। ਦੁੱਧ ਦਾ ਬਰਤਨ ਫੜਦਿਆਂ ਪਲ ਦੀ ਪਲ ਜੁਗਨੀ ਤੇ ਤੋਸ਼ ਦੀਆਂ ਨਜ਼ਰਾਂ ਮਿਲ ਜਾਂਦੀਆਂ। ਪਰ ਜੁਗਨੀ ਦੀਆਂ ਨਜ਼ਰਾਂ ਝੱਟ ਉਹਦੇ ਘੁੰਗਰਾਂ ਵਾਂਗ ਕਿਸੇ ਹਿਮਾਕਤ ਦੇ ਡਰੋਂ ਕੁੰਡਲਾ ਜਾਂਦੀਆਂ ਤੇ ਤੋਸ਼ ਦੀਆਂ ਨਜ਼ਰਾਂ ਉਹਦੀਆਂ ਬੇਪਰਵਾਹ ਲਿਟਾਂ ਵਾਂਗ ਲਹਿਰ ਲਹਿਰ ਉਹਦੇ ਮਗਰ ਜਾਂਦੀਆਂ। ਤੋਸ਼ ਦੇ ਹੋਠਾਂ ਉੱਤੇ ਇੱਕ ਸਦਰ ਜਾਗਦੀ ਪਰ ਉਹ ਬੋਲ ਨਾ ਸਕਦੀ। ਤੋਸ਼ ਕਾਲਜ ਦੇ ਤੀਜੇ ਵਰ੍ਹੇ ਵਿੱਚ ਪੜ੍ਹਦੀ ਸੀ। ਉਸ ਦੇਖਿਆ ਕਾਲਜ ਵਿੱਚ ਜੋ ਕੁਝ ਕਲਾਕਾਰ ਜਾਂ ਕਲਾ ਬਾਰੇ ਪੜ੍ਹਾਇਆ ਜਾਂਦਾ ਹੈ ਉਹੋ ਜਿਹਾ ਬਹੁਤ ਕੁਝ ਉਹਨੂੰ ਜੁਗਨੀ ਦੀ ਨੁਹਾਰ ਵਿੱਚੋਂ ਦਿਸਦਾ ਹੈ। ਕਾਲਜੋਂ ਆਉਂਦਿਆਂ ਉਹਦੀ ਸਾਈਕਲ ਦਾ ਰੁਖ ਟੱਪਰੀਆਂ ਵੱਲ ਨੂੰ ਰਹਿੰਦਾ। ਕੋਠੀ ਦਾ ਫਾਟਕ ਮੁੜਨ ਲੱਗਿਆ ਉਹ ਇੱਕ ਵਾਰ ਟੱਪਰੀਆਂ ਵੱਲ ਉੜ ਕੇ ਤੱਕਦੀ। ਚੰਨ ਚਾਨਣੀ ਵਿੱਚ ਨਹਾਤੀ ਗਰਮੀਆਂ ਦੀ ਇੱਕ ਟਿਕੀ ਰਾਤ ਸੀ। ਰੇਡੀਓ ਵਾਜੇ ਬੰਦ ਹੋ ਚੁੱਕੇ ਸਨ। ਆਪਣੇ ਧਿਆਨ ਵਗਦੇ ਮਸਤ ਨਾਲੇ ਦੀਆਂ ਲਹਿਰਾਂ ਉੱਤੇ ਚੰਨ ਦੀਆਂ ਰੇਸ਼ਮਾਂ ਝਿਲਮਿਲ ਕਰ ਰਹੀਆਂ ਸਨ। ਜੁਗਨੀ ਨਾਲੇ ਦੇ ਕੰਢੇ ਉੱਤੇ ਆਇਆ ਤੇ ਬੰਸਰੀ ਵਿੱਚ ਗੀਤ ਫੂਕਿਆ। ਬੰਸਰੀ ਦੀਆਂ ਥਰਕਦੀਆਂ ਤਾਨਾਂ ਪਾਰ ਦੀਆਂ ਕੋਠੀਆਂ ਨੂੰ ਜਾ ਪੋਈਆਂ। ਚਿੱਟੀਆਂ ਮਸ਼ੈਰੀਆਂ ਲੋਰੀਆਂ ਗਈਆਂ। ਤੋਸ਼ੀ ਦੇ ਮਨ ਨੂੰ ਕੋਈ ਖਿੱਚ ਜਿਹੀ ਵੱਜੀ। ਉਸ ਵਾਰੋ ਵਾਰ ਮਸ਼ੈਰੀ ਦੇ ਪੱਲੇ ਚੁੱਕ ਕੇ ਆਲਾ ਦੁਆਲਾ ਦੇਖਿਆ। ਚੌਗਿਰਦਾ ਸੁੱਤਾ ਜਾਪਿਆ। ਉਹ ਉੱਠੀ, ਘਾਹ ਉੱਤੇ ਪੋਲੇ ਪੋਲੇ ਪੱਪ ਧਰਦੀ ਫਾਟਕ ਲੰਘੀ, ਸੜਕ ਟੱਪੀ ਤੇ ਬੰਸਰੀ ਦੀ ਸੇਧ ਨੂੰ ਨਾਲੇ ਦੇ ਰੇਵ ਕਿਨਾਰੇ ਉੱਤੇ ਆ ਖੜੀ। ਨਿੰਮੀ ਨਿੰਮੀ ਪਾਉਣ ਨਾਲ ਉਹਦੇ ਸੌਣ ਵਾਲੇ ਧਾਰੀਦਾਰ ਕੱਪੜੇ ਨਿੱਕਾ ਨਿੱਕਾ ਫਰਫਰਾ ਰਹੇ ਸਨ। ਬੰਸਰੀ ਚੁੱਪ ਹੋ ਗਈ। ਜੁਗਨੀ ਦਾ ਚਾਨਣੀ ਵਿੱਚ ਤੋਤਾ ਮੁਖੜਾ ਉਰਲੇ ਕੰਢੇ ਤੋਂ ਦਿਸ ਰਿਹਾ ਸੀ। ਬੰਸਰੀ ਵਿੱਚ ਕੀ ਜਾਦੂ ਫੂਕਦਾ ਜੁਗਨੀ। ਸੱਚੀ ਇਹਦੀਆਂ ਤਾਨਾਂ ਤਾਂ ਮੇਰਾ ਦਿਲ ਕੱਢ ਲਿਆਈਆਂ। ਆਵਾਜ਼ ਨੂੰ ਬੜੇ ਹੁਨਰ ਨਾਲ ਹੌਲੀ ਬਣਾ ਕੇ ਤੋਸ਼ ਨੇ ਉਰਲੇ ਕੰਢਿਓਂ ਕਿਹਾ। ਕੌਣ? ਬੀਬੀ ਜੀ। ਜੁਗਨੀ ਸਿਆਣ ਕੇ ਹੈਰਾਨ ਸੀ। ਉਹਨੂੰ ਜਾਪਿਆ ਜਿਵੇਂ ਵਗਦਾ ਨਾਲਾ ਉਹਨਾਂ ਦੀ ਵਿੜਕ ਸੁਣ ਲਈ ਖਲੋ ਗਿਆ ਹੋਵੇ। ਬੀਬੀ ਜੀ, ਤੁਸੀਂ ਇਕੱਲੇ ਐਸ ਵੇਲੇ? ਜੁਗਨੀ, ਦਿਲ ਕੀਤਾ ਤੇਰੀਆਂ ਤਾਨਾਂ ਦੇ ਨੇੜੇ ਹੋ ਜਾਵਾਂ। ਤੋਸ਼ੀ ਨਾਲੇ ਦੀ ਢਲਾਨ ਉਤਰ ਕੇ ਝਿਲਮਿਲ ਵਗਦੀ ਧਾਰ ਦੇ ਕੰਢੇ ਉੱਤੇ ਹੋ ਗਈ ਤੇ ਇਸੇ ਤਰ੍ਹਾਂ ਪਰਲੇ ਪਾਸਿਓਂ ਜੁਗਨੀ। ਬੀਬੀ ਜੀ ਤੁਸੀਂ? ਜੁਗਨੀ ਨੇ ਆਕਾਸ਼ ਵੱਲ ਤੱਕਿਆ। ਚੰਨ ਲੀਰੋ ਲੀਰ ਬਦਲੋਟੀਆਂ ਉੱਤੋਂ ਉੱਡਦਾ ਜਾ ਰਿਹਾ ਸੀ।
ਰਾਤ ਚੋਖੀ ਬੀਤ ਗਈ ਏ। ਜੋਗਨੀ, ਜਦੋਂ ਤੂੰ ਦੁੱਧ ਦੇਣ ਜਾਂਦਾ ਏ, ਦਿਲ ਕਰਦਾ ਏ ਤੇਰੇ ਨਾਲ ਗੱਲਾਂ ਕਰਾਂ। ਤੁਸੀਂ ਕਿੰਨੇ ਚੰਗੇ ਹੋ ਬੇਬੀ ਜੀ। ਜੋਗਨੀ ਨੂੰ ਆਪਣੇ ਸਾਂਵਲੇ ਰੰਗ ਉੱਤੇ ਕੋਈ ਰੂਪ ਨਿਖਰਿਆ ਜਾਪਿਆ। ਜੋਗਨੀ, ਤੂੰ ਅਤੇ ਇਹਨਾਂ ਟੱਪਰੀਆਂ ਵਿੱਚ ਕੀ ਕਰਨਾ ਰਹਿੰਦਾ ਸਾਰਾ ਦਿਨ? ਲਵੇਰੇ ਚਾਰਦਾ ਹਾਂ ਬੇਬੀ ਜੀ, ਤੇ ਕੁਝ ਟੱਪਰੀ ਵਾਸਾਂ ਦੀ ਜ਼ਿੰਦਗੀ ਬਾਰੇ ਲਿਖਦਾ ਹਾਂ, ਜਿਨ੍ਹਾਂ ਵਿੱਚੋਂ ਮੈਂ ਆਪ ਹਾਂ। ਤੇ ਤੁਸੀਂ ਲੇਖਕ ਹੋ ਜੋਗਨੀ? ਤੋਸ਼ ਨੂੰ ਇਹੋ ਜਿਹੀ ਅੰਦਰਲੀ ਖੁਸ਼ੀ ਹੋਈ, ਇਹੋ ਜਿਹੀ ਆਪਣਾ ਕਿਆਸ ਠੀਕ ਨਿਕਲਣ ਉੱਤੇ ਹੁੰਦੀ ਹੈ। ਨਾਲੇ ਦਾ ਪਾਣੀ ਪਿੰਨੀਆਂ ਤੇਕ ਸੀ ਤੇ ਪਾਟ 3 ਕੁ ਗਜ਼। ਤੋਸ਼ ਨੇ ਕਦਮ ਪੁੱਟੇ ਤੇ ਪਾਰ ਜੁਗਨੀ ਦੇ ਨਾਲ ਜਾ ਖਲੋਈ। ਕੋਈ ਵਿੱਤ ਹੁਣ ਉਹਨਾਂ ਦੇ ਵਿਚਾਲੇ ਨਹੀਂ ਸੀ। ਦੋ ਸਮਾਜਾਂ ਵਿਚਕਾਰਲੀ ਖਾਈ ਪਿਆਰ ਨੇ ਤਰ ਲਈ। ਜੁਗਨੀ ਨੇ ਡੂੰਘੇ ਨਜ਼ਰ ਨਾਲ ਤੋਸ਼ੀ ਵੱਲ ਤੱਕਿਆ। ਉਹਨੂੰ ਨਿੱਕੇ ਨਿੱਕੇ ਚੰਨ ਉਹਦੀਆਂ ਅੱਖਾਂ ਵਿੱਚ ਚਮਕਦੇ ਦਿਸੇ। ਗੋਰੇ ਵਿੱਚ ਸਾਂਵਲਾ ਕਿ ਸਾਂਵਲੇ ਵਿੱਚ ਗੋਰਾ ਹੱਥ ਘੁੱਟ ਘੁੱਟ ਜਾਂਦਾ, ਤੇ ਫਿਰ ਸੁੱਤੇ ਸਿੱਧ ਤੋਸ਼ੀ ਦੀਆਂ ਕੋਲੀਆਂ ਬਾਹਾਂ ਜੁਗਨੀ ਦੀ ਧੌਣ ਦੁਆਲੇ ਵਲੀਆਂ ਗਈਆਂ। ਜੁਗਨੀ ਇੱਕ ਦੂਜੇ ਵਿੱਚ ਖੋ ਜਾਈਏ, ਦੋਵੇਂ ਇੱਕ, ਜਿਵੇਂ ਚੰਨ ਤੇ ਚਾਨਣੀ। ਅਸੀਂ ਡੂੰਘਾਣਾ ਵਿੱਚ ਲੈ ਗਏ ਹਾਂ ਤੋਸ਼ੀ। ਪੱਧਰ ਤੋਂ ਲੋਕ ਸਾਨੂੰ ਨੀਵੇਂ ਜਾਣਨਗੇ। ਤੁਸੀਂ ਕਲਾਕਾਰ ਹੋ ਜੁਗਨੀ, ਤੋਸ਼ੀ ਨੇ ਇਸ ਲਹਿਜੇ ਵਿੱਚ ਕਿਹਾ। ਪਰ ਤੁਸੀਂ ਇਸਤਰੀ ਹੋ ਤੋਸ਼ੀ। ਇਸਤਰੀ ਸਭ ਕੁਝ ਅਖਵਾ ਸਕਦੀ ਹੈ, ਤੇ ਹੋਰ ਦੂਸ਼ਣ ਨੂੰ ਜਰ ਸਕਣਾ ਹੀ ਇਸ ਦੀ ਮਹਾਨਤਾ ਹੈ। ਤੁਸੀਂ ਠੀਕ ਹੋ ਬੇਸ਼ੱਕ, ਪਰ ਕੋਠੀਆਂ ਬੰਗਲਿਆਂ ਵਾਲੇ ਵੱਡੇ ਆਦਮੀ ਤੁਹਾਡੀ ਇਸ ਪਿਆਰ ਫਿਲਾਸਫੀ ਨੂੰ ਨਹੀਂ ਜਰਨਗੇ। ਉਦੋਂ ਤੱਕ ਉਹਨਾਂ ਤੋਂ ਬਾਗੀ ਹੋਣਾ ਹੀ ਪਏਗਾ, ਜਦੋਂ ਤੀਕ ਡੁਗਾਨਾ ਤੇ ਪੱਧਰ ਇੱਕ ਨਹੀਂ ਹੋ ਜਾਂਦੇ। ਹਵਾ ਦਾ ਇੱਕ ਫਰਾਟਾ ਆਇਆ। ਨਾਲੇ ਦੀ ਕੰਨੀ ਉੱਤੇ ਖੜੇ ਖਾਮੋਸ਼ ਰੁੱਖਾਂ ਦੇ ਪੱਤਰ ਖੜਕੇ। ਤੋਸ਼ੀ ਦੀਆਂ ਫਰਫਰਾਂਦੀਆਂ ਲੇਟਾਂ ਉੱਤੇ ਜੁਗਨੀ ਨੇ ਪੋਲਾ ਜਿਹਾ ਹੱਥ ਫੇਰਿਆ। ਉਹਦਾ ਚਿੱਟਾ ਮੁਖੜਾ ਜੁਗਨੀ ਦੀ ਹਿੱਕ ਨਾਲ ਛੋ ਗਿਆ। ਦੋਹਾਂ ਨੇ ਆਕਾਸ਼ ਵੱਲ ਤੱਕਿਆ। ਤਾਰੇ ਮੁਸਕਰਾਉਂਦੇ ਸਨ, ਤੇ ਚੰਨ ਲੀਰੋ ਲੀਰ ਬਦਲੋਟੀਆਂ ਉੱਤੋਂ ਉੱਡਦਾ ਜਾ ਰਿਹਾ ਸੀ। ਸੁੱਤੀ ਸੁੱਤੀ ਧਰਤੀ ਉੱਤੇ ਪੋਲੇ ਪੈਰ ਧਰਦੀ ਤੋਸ਼ੀ ਆਪਣੀ ਮਸ਼ਹਿਰੀ ਵਿੱਚ ਆ ਵੜੀ। ਇੱਕ ਮਸ਼ਹਿਰੀ ਵਿੱਚ ਕਿਸੇ ਪਾਸੇ ਪਰਤਿਆ, ਤੇ ਇੱਕ ਖੰਗੂਰਾ, ਜਿਸ ਵਿੱਚ ਉਸ ਯਕੀਨ ਦਾ ਅਹਿਸਾਸ ਸੀ ਜੋ ਚੋਰ ਨੂੰ ਪਾੜ ਉੱਤੋਂ ਫੜ ਕੇ ਹੁੰਦਾ ਹੈ। ਅਗਲੀ ਸਵੇਰ ਕੋਠੀਆਂ ਦੇ ਤੌਰ ਬਦਲ ਗਏ। ਟੱਪਰੀਆਂ ਵਿੱਚੋਂ ਦੁੱਧ ਆਉਣਾ ਬੰਦ ਹੋ ਗਿਆ। ਕੋਠੀਆਂ ਵਿੱਚ ਸਰਦਾਰੀਆਂ ਦੇ ਅਹਿਸਾਸ ਜਾਗੇ। ਟੱਪਰੀਆਂ ਵੱਲ ਲਿਸ਼ਕਦੇ ਰੋਸ਼ਨਦਾਨਾਂ ਦੇ ਸ਼ੀਸ਼ਿਆਂ ਵਿੱਚੋਂ ਜਿਵੇਂ ਕੋਈ ਜਵਾਲਾ ਹੁਣੇ ਟੱਪਰੀਆਂ ਉੱਤੇ ਭੜਕਣਾ ਚਾਹੁੰਦੀ ਹੈ। ਕਿਸੇ ਤਾਕਤ, ਕਿਸੇ ਗੈਰਤ ਨਾਲ ਕੋਠੀਆਂ ਹਰਖਾਈਆਂ ਗਈਆਂ। ਕਿਸੇ ਗਰੂਰ ਨਾਲ ਕੋਠੀਆਂ ਦੇ ਬਨੇਰੇ ਉੱਚੇ ਹੋਣ ਲੱਗੇ, ਹੋਰ ਉੱਚੇ। ਉਹ ਹੁਣੇ ਅਸਮਾਨਾਂ ਦੇ ਨਾਲ ਭਿੜ ਸਕਦੇ ਸਨ। ਕਿਸੇ ਕਾਲੇ ਕਾਗ ਦੀ ਕੀ ਮਜ਼ਾਲ ਉਹਨਾਂ ਉੱਤੋਂ ਉੱਡ ਜਾਏ। ਉਸੇ ਦਿਨ ਇੱਕ ਐਸਡੀਓ ਵੱਲੋਂ ਸਰਕਾਰੀ ਦਫ਼ਤਰ ਵਿੱਚ ਰਿਪੋਰਟ ਪਹੁੰਚੀ। ਨਵੀਂ ਬਸਤੀ ਵਿੱਚ ਨਾਲਿਓਂ ਪਾਰ ਦੀਆਂ ਟੱਪਰੀਆਂ ਸਾਊ ਕੋਠੀਆਂ ਦਾ ਦ੍ਰਿਸ਼ ਕੋਝਾ ਕਰਦੀਆਂ ਹਨ। ਚੰਗਾ ਹੋਵੇ ਜੇ ਉੱਤੋਂ ਟੱਪਰੀਆਂ ਉਜਾੜ ਕੇ ਧਰਤੀ ਨੂੰ ਬਹੁਤਾ ਅਨਾਜ ਉਗਾਉਣ ਲਈ ਵਰਤਿਆ ਜਾਵੇ। ਹੁਣ ਜੁਗਨੀ ਇਹਨਾਂ ਕੋਠੀਆਂ ਨੂੰ ਚੁੱਭਦਾ ਸੀ, ਉਸ ਕੰਡੇ ਵਾਂਗ ਜੋ ਦਿਸਣ ਨਾਲ ਚੁਭਣ ਜਿੰਨੀ ਪੀੜ ਕਰ ਸਕਦਾ ਹੋਵੇ। ਡੂੰਘੀ ਰਾਤ ਵਿੱਚ ਉਹਦੇ ਬੰਸਰੀ ਦੀਆਂ ਤਾਨਾਂ ਜਾਪਦੀਆਂ ਸਨ, ਜਿਵੇਂ ਜੁਗਨੀ ਦੀਆਂ ਕਾਲੀਆਂ ਗੁਸਤਾਖ ਮਾਵਾਂ ਕੋਠੀਆਂ ਦੀ ਦੁੱਧ ਧੋਤੀ ਇੱਜ਼ਤ ਨੂੰ ਹੱਥ ਪਾ ਰਹੀਆਂ ਹੋਣ। ਇੱਕ ਲਹੂ ਸੀ ਉਹਨਾਂ ਅੱਖੀਆਂ ਵਿੱਚ ਜੋ ਨਾਲਿਓਂ ਪਾਰ ਟੱਪਰੀਆਂ ਉੱਤੇ ਘੂਰਦੀਆਂ ਸਨ। ਇਹਨਾਂ ਅੱਖਾਂ ਦੇ ਅਸਰ ਹੇਠ ਸਹਿਮਿਆ ਨਾਲਾ ਡੋਲ ਰਿਹਾ ਸੀ ਕਿ ਉਸ ਦਾ ਨਿਰਮਲ ਪਾਣੀ ਹੁਣੇ ਲਹੂ ਵਿੱਚ ਵਟਿਆ ਕਿ ਵਟਿਆ। ਜੁਗਨੀ ਅੱਜ ਕੁਝ ਢਿੱਲਾ ਢਿੱਲਾ ਸੀ ਤੇ ਉਦਾਸ ਵੀ। ਉਸ ਨੂੰ ਆਪਣੇ ਹੱਡ ਚੋਰ ਚੋਰ ਜਾਪਦੇ ਸਨ। ਦਿਨ ਗੋਡੇ ਗੋਡੇ ਚੜ੍ਹ ਆਇਆ। ਉਹਦਾ ਦੁੱਧ ਵੀ ਪਿਆ ਪਿਆ ਫੁੱਟ ਗਿਆ। ਲਵੇਰੇ ਕਾਲੇ ਪੈ ਪੈ ਰੱਸੇ ਖਿੱਚ ਰਹੇ ਸਨ। ਟੁੱਟੇ ਜਿਹੇ ਦਿਲ ਨਾਲ ਖੁੱਸਿਆ ਜਿਹਾ ਜੁਗਨੀ ਉੱਠਿਆ। ਲਵੇਰੇ ਖੋਲੇ ਤੇ ਚਰਾਂਦਾ ਵੱਲ ਨੂੰ ਛੇੜ ਤੁਰਿਆ।
ਚਰਾਂਦਾ ਅੱਜ ਹੈਰਾਨ ਸਨ। ਜੁਗਨੀ ਚੁੱਪ ਚਪੀਤਾ ਕਿਉਂ ਆ ਵੜਿਆ। ਬੰਸਰੀ ਤਰਸਦੀ ਸੀ ਉਹਦੇ ਬੁੱਲਾਂ ਦੀ ਛੋਹ ਲਈ। ਚਰਾਂਦਾ ਸੈਕਦੀਆਂ ਸਨ ਉਹਦੀਆਂ ਜਾਦੂਗਰ ਤਾਨਾਂ ਲਈ। ਘੜੀ ਕੁ ਬੀਤ ਗਈ, ਰੁੱਖਾਂ ਦੀਆਂ ਛਾਵਾਂ ਸਰਕ ਗਈਆਂ। ਜੁਗਨੀ ਨੇ ਇੱਧਰ ਉੱਧਰ ਤੱਕਿਆ ਤੇ ਉਹਦਾ ਮਨ ਕੁਝ ਹੋਰ ਹੋ ਗਿਆ। ਉਹਦੇ ਦਿਲ ਵਿੱਚ ਇੱਕ ਹਲਕੀ ਜਿਹੀ ਲਹਿਰ ਆਈ, ਉਹ ਲਹਿਰ ਜਿਹੜੀ ਗਮਾਂ ਦੀ ਮੌਤ ਪਿੱਛੋਂ ਗੁਲਾਬੀ ਜਿਹਾ ਖੇੜਾ ਬਣ ਕੇ ਮਸੋਸੇ ਮੁਹਾਂਦਰੇ ਉੱਤੇ ਫਿਰ ਜਾਇਆ ਕਰਦੀ ਸੀ। ਉਹਦੇ ਕਟੋਰੀਆਂ ਬਣੇ ਬੁੱਲ ਬਾਂਸਰੀ ਦੇ ਛੇਕ ਨੂੰ ਛੋ ਗਏ। ਨਿੱਕੀਆਂ ਛੇਕਾਂ ਉੱਤੇ ਸੌਲੀਆਂ ਉਂਗਲਾਂ ਡਿੱਗਣ ਲੱਗੀਆਂ। ਜੁਗਨੀ ਦੀ ਪਿੱਠ ਪਿੱਛੇ ਲਾਲ ਮਗੋਰਾ ਖੁੱਲ੍ਹ ਗਿਆ। ਸੌਰੀ ਦਿਆ ਕਮੀਣਾ, ਸਾਡੀ ਪੱਗ ਨੂੰ ਹੱਥ ਪਾਏ। ਗੋਲੀ ਦੇ ਪਿੱਛੋਂ ਆਵਾਜ਼ ਸੀ ਜਿਹੜੀ ਲੋਥ ਦੇ ਜੁਗਨੀ ਨੇ ਸੰਘਣੇ ਝੁੰਡਾਂ ਪਿੱਛੋਂ ਆਉਂਦੀ ਸੁਣੀ ਤੇ ਫੇਰ ਉਸ ਦੇਖਿਆ ਰੋਸ਼ਨਦਾਨਾਂ ਦੇ ਸ਼ੀਸ਼ਿਆਂ ਵਾਂਗ ਲਿਸ਼ਕਦੀਆਂ ਘੋਰਦੀਆਂ ਅੱਖਾਂ ਉਹਦੀਆਂ ਰੁਕ ਚਮਕਦੀਆਂ ਪਲਕਾਂ ਉੱਤੇ ਚੌੜੀਆਂ ਹੋ ਰਹੀਆਂ ਸਨ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੇ ਨਾਵਲ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।